श्री वाहिगुरु साहिब जी। सिखर दुपहरी भावते सूरज अत तपताए। ਸਿਖਰ ਦੁਪਹਿਰੀ ਭਾਦਵੇ ਸੂਰਜ ਅਤ ਤਪਤਾਏ। ਭਾਈ ਮਹਿਤਾਬ ਸਿੰਘ ਜੀ ਅਤੇ ਭਾਈ ਸੁੱਖਾ ਸਿੰਘ ਜੀ ਮਾੜੀ ਕੰਗੋ ਕੀ ਵਾਲਾ ਦੋਵੇਂ ਜਾਣੇ ਜੈਪੁਰ ਦੀ ਧਰਤੀ ਤੋਂ ਤੁਰਦੇ ਹਨ ਤੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੀ ਜੂਹ ਦੇ ਵਿੱਚ ਆਉਂਦੇ ਹਨ। ਇੱਥੇ ਆ ਕੇ ਦੋਵੇਂ ਜਾਣੇ ਸਲਾਹ ਕਰਦੇ ਹਨ, ਵਿਉਂਤ ਬਣਾਉਂਦੇ ਹਨ ਕਿਹੜੇ ਢੰਗ ਤਰੀਕੇ ਦੇ ਨਾਲ ਮੱਸੇ ਰੰਗੜ ਦਾ ਸਿਰ ਵੱਢਿਆ ਜਾਵੇ। ਕਾਫੀ ਵਿਚਾਰ ਕਰਨ ਤੋਂ ਬਾਅਦ ਇਸ ਮਕਸਦ ਤੇ ਪਹੁੰਚਦੇ ਹਨ ਕਿ ਆਪਾਂ ਮਾਮਲਾ ਤਾਰਨ ਵਾਲਾ ਭੇਸ ਵਟਾਈਏ ਤਾਂ ਜੋ ਸਾਡੀ ਪਛਾਣ ਨਾ ਹੋ ਸਕੇ। ਇਸ ਤਰ੍ਹਾਂ ਲੱਗੇ ਕਿ ਇਹ ਕਿਸੇ ਇਲਾਕੇ ਦਾ ਮਾਮਲਾ ਤਾਰਨ ਵਾਸਤੇ ਆਏ ਹਨ। ਇਹ ਜਿਹੜਾ ਇਹਨਾਂ ਨੇ ਵਿਚਾਰ ਕੀਤੇ ਤੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ, ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰੇ, ਤੇਰੇ ਪਵਿੱਤਰ ਅਸਥਾਨ ਦੀ ਬੇਅਦਬੀ ਕਰਨ ਵਾਲੇ ਪਾਪੀ ਨੂੰ ਸਜ਼ਾ ਦੇਣ ਵਾਸਤੇ ਆਇਆ ਹੈ ਤੇਰਾ ਖਾਲਸਾ। ਵਿੱਚ ਵਰਤ ਕੇ ਇਹੋ ਜਿਹਾ ਢੰਗ ਤਰੀਕਾ ਬਣਾ ਦੇ ਕਿ ਅਸੀਂ ਪਾਪੀ ਦਾ ਸਿਰ ਵੱਢ ਕੇ ਖਾਲਸੇ ਦੇ ਅੱਗੇ ਭੇਟਾ ਕਰ ਸਕੀਏ ਤੇ ਜਦੋਂ ਅਸੀਂ ਦਰਬਾਰ ਸਾਹਿਬ ਦੇ ਅੰਦਰ ਜਾਈਏ ਸਾਨੂੰ ਕੋਈ ਰੋਕੇ ਨਾ, ਕੋਈ ਪਛਾਣੇ ਨਾ। ਦੋਵਾਂ ਜਾਣਿਆਂ ਨੇ ਅਰਦਾਸਾ ਸੋਧਿਆ ਕਿ ਸਤਿਗੁਰੂ ਜੀ ਇਹੋ ਜਿਹੀ ਵਿਧੀ ਬਣਾ ਦੇਣੀ ਕਿ ਕਾਰਜ ਆਪਣੇ ਆਪ ਹੀ ਰਾਸ ਹੋ ਜਾਵੇ। ਅਰਦਾਸਾ ਸੋਧਿਆ ਹੈ ਤੇ ਦੋਵੇਂ ਜਾਣੇ ਫਿਰ ਅੰਮ੍ਰਿਤਸਰ ਦੀ ਜੂਹ ਤੋਂ ਤੁਰਦੇ ਹਨ। ਸਿਖਰ ਦੁਪਹਿਰੀ ਭਾਦਵੇ ਸੂਰਜ ਅਤ ਤਪਤਾਏ। ਭਾਦੋ ਦਾ ਮਹੀਨਾ ਹੈ, ਸਿਖਰ ਦੁਪਹਿਰ ਲੱਗੀ ਹੋਈ ਹੈ, ਸੂਰਜ ਪੂਰਾ ਜੋਬਨ ਤੇ ਹੈ, ਪੂਰੀ ਤਪਸ਼ ਜਿਹੜੀ ਉਹ ਖਿਲਾਰ ਰਿਹਾ ਹੈ। ਕਦ ਬਰਸੈ ਕਦ ਉਜੜੈ ਬਿਦ ਐਸੀ ਲਈ ਤਕਾਏ। ਕਦ ਬਰਸੈ ਕਦ ਉਜੜੈ ਬਿਦ ਐਸੀ ਲਈ ਤਕਾਏ। ਕਿਉਂਕਿ ਜਿਹੜਾ ਭਾਦੋ ਦਾ ਮਹੀਨਾ ਹੈ, ਪਰਸੋਂ ਵੀ ਬੇਨਤੀ ਕੀਤੀ ਸੀ ਕਿ ਭਾਦੋ ਦਾ ਮਹੀਨਾ ਇੱਕ ਅਜਿਹਾ ਮਹੀਨਾ ਹੈ ਜਿਹੜਾ ਦੁਬਦਾ ਵਾਲਾ ਮਹੀਨਾ ਹੈ, ਜਿਸ ਮਹੀਨੇ ਦੇ ਵਿੱਚ ਇਸ ਮਹੀਨੇ ਦੇ ਵਿੱਚ ਦਿਨ ਦੇ ਵਿੱਚ ਕਿਹੜਾ ਮੌਸਮ ਕਿਸ ਵਕਤ ਆ ਜਾਣਾ ਹੈ ਕੋਈ ਵੀ ਪਤਾ ਨਹੀਂ। ਕਦੋਂ ਮੀਂਹ ਪੈਣਾ ਹੈ, ਕਦੋਂ ਧੁੱਪ ਚੜ੍ਹਨੀ ਹੈ, ਕਦੋਂ ਹਨੇਰੀ ਆ ਜਾਣੀ ਹੈ, ਇਹਦੇ ਬਾਰੇ ਕੋਈ ਵੀ ਦਾਅਵਾ ਕਰਕੇ ਨਹੀਂ ਦੱਸ ਸਕਦਾ ਕਿ ਇਹੋ ਜਿਹੜਾ ਮੌਸਮ ਹੀ ਟਿਕਿਆ ਰਹੇਗਾ। ਹਾਲਾਂਕਿ ਜੇ ਵਰਤਮਾਨ ਵਿੱਚ ਵੇਖੀਏ ਤੇ ਸਾਇੰਸ ਨੇ ਬੜੀ ਤਰੱਕੀ ਕੀਤੀ ਹੋਈ ਹੈ ਤੇ ਸਾਇੰਸ ਨੇ ਮਨੁੱਖ ਦੀ ਝੋਲੀ ਵਿੱਚ ਸੁੱਖ ਸਹੂਲਤਾਂ ਵੀ ਬੜੀਆਂ ਪਾਈਆਂ ਹਨ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਜੋ ਸਾਇੰਸ ਕਹਿੰਦੀ ਹੈ ਉਹ ਕਿਸੇ ਵੇਲੇ ਕੁਦਰਤ ਜਿਹੜੀ ਉਹਨੂੰ ਪਾਸੇ ਕਰ ਦਿੰਦੀ ਹੈ, ਉਹਨਾਂ ਦੀ ਕਹੀ ਹੋਈ ਗੱਲ ਝੂਠੀ ਪੈ ਜਾਂਦੀ ਹੈ। ਕਿਉਂਕਿ ਕੁਦਰਤ ਦਾ ਕਿਸੇ ਨੇ ਅੱਜ ਤੱਕ ਅੰਤ ਨਹੀਂ ਪਾਇਆ। ਕੁਦਰਤ ਨੂੰ ਜਿਹੜਾ ਵਾ ਕੋਈ ਵੀ ਉਹਦਾ ਭੇਦ ਨਹੀਂ ਜਾਣ ਸਕਦਾ ਕਿ ਕੁਦਰਤ ਵਿੱਚ ਕਦੋਂ ਕੀ ਕੁਝ ਹੋ ਜਾਣਾ ਹੈ। ਸਤਿਗੁਰੂ ਜੀ ਬਾਣੀ ਵਿੱਚ ਇਸੇ ਕਰਕੇ ਕਹਿੰਦੇ ਹਨ ਕਿ ਅਸਲ ਵਿੱਚ ਕੁਦਰਤ ਦਾ ਜਿੰਨੇ ਵੀ ਅੰਤ ਪਾਉਣਾ ਚਾਹਿਆ ਹੈ ਉਹਦਾ ਆਪ ਦਾ ਅੰਤ ਹੋ ਗਿਆ ਹੈ, ਪਰ ਕੁਦਰਤ ਦਾ ਅੰਤ ਨਾ ਤਾਂ ਅੱਜ ਤੱਕ ਕੋਈ ਪਾ ਸਕਿਆ ਹੈ ਤੇ ਨਾ ਹੀ ਇਸ ਕੁਦਰਤ ਦਾ ਕੋਈ ਅੰਤ ਪਾ ਸਕਦਾ ਹੈ। ਖਾਸ ਕਰਕੇ ਆੜਾ ਭਾਦੋ ਦਾ ਮਹੀਨਾ ਹੈ। ਸਾਇੰਸ ਭਾਵੇਂ ਕਹਿ ਦੇਵੇਗੀ ਖੋਜ ਕਰਕੇ ਕਿ ਅੱਜ ਧੁੱਪ ਚੜ੍ਹੇਗੀ, ਸਾਇੰਸ ਭਾਵੇਂ ਵਿਗਿਆਨੀ ਭਾਵੇਂ ਖੋਜ ਕਰਕੇ ਕਹਿ ਦੇਣਗੇ ਅੱਜ ਬੱਦਲ ਵਾਲੀ ਰਹੇਗੀ, ਵਿਗਿਆਨੀ ਭਾਵੇਂ ਕਹਿ ਦੇਣਗੇ ਅੱਜ ਹਨੇਰੀ ਚੱਲੇਗੀ, ਪਰ ਕੁਦਰਤ ਦੇ ਵਿੱਚ ਪਰਮਾਤਮਾ ਦੇ ਹੱਥ ਜਿਹੜੀ ਤਾਕਤ ਹੈ ਭਾਦੋ ਦੇ ਮਹੀਨੇ ਵਿੱਚ ਖਾਸ ਕਰਕੇ, ਕਿਉਂਕਿ ਮੈਂ ਭਾਦੋ ਦੇ ਮਹੀਨੇ ਦੇ ਜ਼ੋਰ ਦੇਣ ਦਿਆ, ਬਾਕੀ ਜਿਹੜਾ ਮਰਜ਼ੀ ਮਹੀਨਾ ਹੋਵੇ ਉਹ ਪਰਮਾਤਮਾ ਦੇ ਅਖਤਿਆਰ ਹੈ, ਪਰਮਾਤਮਾ ਦੀ ਮਰਜ਼ੀ ਹੈ ਉਹਨੇ ਕਦੋਂ ਕੀ ਕਰਨਾ ਹੈ। ਪਰ ਖਾਸ ਕਰਕੇ ਜੋ ਭਾਦੋ ਦਾ ਮਹੀਨਾ ਹੈ ਇਹਦੇ ਵਿੱਚ ਪਰਮਾਤਮਾ ਕੋਈ ਕਿਸੇ ਵੇਲੇ ਕੁਝ ਵੀ ਕਰ ਸਕਦਾ ਹੈ। ਇਹਦੇ ਬਾਰੇ ਨਾ ਸਾਇੰਸ ਦਾ ਕੋਈ ਦਾਅਵਾ ਕਰ ਸਕਦੀ ਹੈ ਤੇ ਨਾ ਕੋਈ ਮਨੁੱਖ ਦਾਅਵਾ ਕਰ ਸਕਦਾ ਕਿ ਅੱਜ ਦਾ ਦਿਨ ਧੁੱਪ ਹੀ ਰਹੇਗੀ ਜਾਂ ਬੱਦਲ ਵਾਲੀ ਰਹੇਗੀ ਜਾਂ ਹਨੇਰੀ ਚੱਲੇਗੀ। ਇਸੇ ਬਾਰੇ ਕੋਈ ਵੀ ਦਾਅਵਾ ਨਹੀਂ ਕਰ ਸਕਦਾ ਤੇ ਜੇ ਕੋਈ ਦਾਅਵਾ ਕਰਦਾ ਹੈ ਉਸ ਦਾਅਵੇ ਨੂੰ ਝੂਠਿਆ ਪਾ ਦਿੰਦੀ ਹੈ ਕੁਦਰਤ।
ਕਿਉਂਕਿ ਜੋ ਕੁਝ ਮਨੁੱਖ ਕਹਿੰਦਾ ਹੈ, ਵਿਗਿਆਨੀ ਕਹਿੰਦੇ ਹਨ, ਉਹ ਦਾਅਵਾ ਕਰਦੇ ਹਨ ਕਿ ਨਹੀਂ ਅੱਜ ਇਹੋ ਕੁਝ ਹੋਵੇਗਾ, ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਹੈ। ਮਤਾ ਕਰੈ ਪੱਛਮ ਕੈ ਤਾਈ, ਪੂਰਬ ਹੀ ਲੈ ਜਾਤ। ਜੋ ਕੁਝ ਮਨੁੱਖ ਸੋਚਦਾ ਹੈ ਉਹ ਕੁਝ ਪ੍ਰਮਾਤਮਾ ਕਰਦਾ ਨਹੀਂ। ਪ੍ਰਮਾਤਮਾ ਆਪਣੀ ਮਰਜ਼ੀ ਦੇ ਨਾਲ ਕਦੋਂ ਕੀ ਕਰਦਾ ਹੈ ਉਹ ਆਪ ਹੀ ਕਰਦਾ ਹੈ, ਕਿਉਂਕਿ ਪੀਓ ਪੋਸ਼ਣਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੈ। ਕਦ ਬਰਸੈ ਕਦ ਉਜੜੈ, ਬਿਦ ਐਸੀ ਲਈ ਤਕਾਏ। ਦੋਵਾਂ ਜਾਣਿਆਂ ਨੇ ਅਰਦਾਸਾ ਸੋਧਿਆ ਤੇ ਭਾਈ ਰਤਨ ਸਿੰਘ ਜੀ ਕਹਿੰਦੇ ਪ੍ਰਮਾਤਮਾ ਨੇ ਅਰਦਾਸ ਨੂੰ ਸਵੀਕਾਰ ਕੀਤਾ ਅਤੇ ਮੌਸਮ ਇਦਾਂ ਦਾ ਬਣ ਗਿਆ, ਸਿਖਰ ਦੁਪਹਿਰ ਲੱਗੀ ਹੈ ਤੇ ਕਿਸੇ ਵੇਲੇ ਵਿੱਚ ਬੱਦਲ ਹੋ ਜਾਂਦਾ ਹੈ, ਕਦੀ ਵਿੱਚ ਹਨੇਰੀ ਚੱਲ ਪੈਂਦੀ ਹੈ। ਧੁੱਪ ਲੱਗੀ ਫੌਜ ਛਾਵੇਂ ਗਈ, ਧੁੱਪ ਲੱਗੀ ਫੌਜ ਛਾਵੇਂ ਗਈ, ਕਿਉਂਕਿ ਕੜਾਕੇ ਦੀ ਧੁੱਪ ਲੱਗੀ ਹੋਈ ਹੈ ਤੇ ਜਿਹੜੀ ਫੌਜ ਮੋਰਚਿਆਂ ਦੇ ਵਿੱਚ ਤਹਿਨਾਤ ਕੀਤੀ ਹੋਈ ਹੈ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਗਰਮੀ ਵੀ ਬਹੁਤ ਜ਼ਿਆਦਾ ਪੈਂਦੀ ਸੀ ਤੇ ਪੁਰਾਤਨ ਸਮੇਂ ਦੇ ਵਿੱਚ ਸਰਦੀ ਵੀ ਬਹੁਤ ਜ਼ਿਆਦਾ ਪੈਂਦੀ ਸੀ। ਪਰ ਜੇ ਅੱਜ ਦੇ ਵਰਤਮਾਨ ਦੇ ਨਾਲ ਬਰਾਬਰਤਾ ਕਰਕੇ ਵੇਖੀਏ ਤੇ ਅੱਜ ਦੇ ਵਰਤਮਾਨ ਵਿੱਚ ਨਾ ਤਾਂ ਗਰਮੀ ਹੋ ਰਹੀ ਹੈ ਤੇ ਨਾ ਹੀ ਸਰਦੀ ਹੋ ਰਹੀ ਹੈ, ਪਰ ਮਨੁੱਖ ਇੰਨਾ ਆਲਸੀ ਹੋ ਚੁੱਕਿਆ ਹੈ ਕਿ ਥੋੜੀ ਜਿਹੀ ਗਰਮੀ ਨੂੰ, ਥੋੜੀ ਜਿਹੀ ਸਰਦੀ ਨੂੰ ਸਮਝਦਾ ਹੈ ਕਿ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਤੇ ਬਹੁਤ ਜ਼ਿਆਦਾ ਸਰਦੀ ਪੈ ਰਹੀ ਹੈ। ਹਾਲਾਂਕਿ ਉਹਨਾਂ ਸਮਿਆਂ ਦੇ ਬਰਾਬਰ ਦੀ ਇਹ ਨਾ ਗਰਮੀ ਹੈ ਤੇ ਨਾ ਹੀ ਸਰਦੀ ਹੈ। ਭਾਈ ਰਤਨ ਸਿੰਘ ਜੀ ਕਹਿੰਦੇ ਧੁੱਪ ਲੱਗੀ ਫੌਜ ਛਾਵੇਂ ਗਈ, ਕੜਾਕੇ ਦੀ ਧੁੱਪ ਲੱਗੀ ਹੋਈ ਹੈ ਤੇ ਫੌਜ ਨੇ ਧੁੱਪ ਤੋਂ ਬਚਣ ਵਾਸਤੇ ਜਿਹੜੇ ਮੋਰਚਿਆਂ ਵਿੱਚ ਖਲੋਤੇ ਹੋਏ ਸਨ, ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਫੌਜੀ ਖਲੋਤੇ ਹੋਏ ਸਨ, ਧੁੱਪ ਤੋਂ ਬਚਣ ਵਾਸਤੇ ਉਹਨਾਂ ਨੇ ਆਪਣੇ ਡੇਰਿਆਂ ਦੇ ਵਿੱਚ ਚਲੇ ਗਏ, ਤੰਬੂਆਂ ਦੇ ਵਿੱਚ ਚਲੇ ਗਏ, ਕਿਉਂਕਿ ਉਸ ਵਕਤ ਦਰਬਾਰ ਸਾਹਿਬ ਦਾ ਨਕਸ਼ਾ ਇਹ ਨਹੀਂ ਸੀ ਜਿਹੜਾ ਅੱਜ ਕੱਲ੍ਹ ਆਪਾਂ ਤੱਕਦੇ ਹਾਂ। ਉਦੋਂ ਮੈਦਾਨ ਜਿਹੜਾ ਕਾਫੀ ਖੁੱਲਾ ਹੁੰਦਾ ਸੀ ਤੇ ਕੋਈ ਜਿਹੜਾ ਘਰ ਬਾਹਰ ਲਾਗੇ ਹੁੰਦਾ ਸੀ, ਬਾਕੀ ਦਾ ਮੈਦਾਨ ਸਾਰਾ ਪੱਧਰਾ ਹੁੰਦਾ ਸੀ ਤੇ ਫੌਜ ਨੇ ਆਪਣੇ ਮੋਰਚੇ ਲਾਏ ਹੁੰਦੇ ਸਨ ਤੇ ਜਿਹੜੇ ਤੰਬੂ ਬਣਾਏ ਹੁੰਦੇ ਸਨ, ਧੁੱਪ ਤੋਂ ਬਚਣ ਵਾਸਤੇ ਫੌਜ ਉਹਦੇ ਵਿੱਚ ਜਾ ਵੜਦੀ ਸੀ। ਕਿਛ ਬਰਖਾ ਕਰ ਡੇਰਨ ਵਈ, ਕਿਛ ਬਰਖਾ ਕਰ ਡੇਰਨ ਵਈ, ਤੇ ਵਿੱਚ ਦਿਨ ਦੇ ਬਰਖਾ ਵੀ ਹੁੰਦੀ ਹੈ ਤੇ ਫੌਜੀ ਵੀਰ ਜਿਹੜੇ ਖਲੋਤੇ ਸਨ, ਸੈਨਾ ਖਲੋਤੇ ਸੀ ਕਿ ਸਾਡੀਆਂ ਵਰਦੀਆਂ ਨਾ ਭਿੱਜ ਜਾਣ, ਕਿਉਂਕਿ ਜਦੋਂ ਧੁੱਪ ਚੜ੍ਹਦੀ ਸੀ ਉਦੋਂ ਅੰਦਰ ਵੜ ਜਾਂਦੇ ਸਨ, ਜਦੋਂ ਬੱਦਲ ਵਾਲੀ ਹੁੰਦੀ ਸੀ, ਛਾਂ ਹੋ ਜਾਂਦੀ ਸੀ, ਉਦੋਂ ਬਾਹਰ ਆ ਜਾਂਦੇ ਸੀ। ਪਰ ਜਦੋਂ ਪ੍ਰਮਾਤਮਾ ਖੇਡ ਵਰਤਾਉਂਦਾ, ਉਹ ਕਣੀਆਂ ਵਰਤਾਉਂਦਾ, ਮੀਂਹ ਪਾਉਂਦਾ ਹੈ ਤੇ ਆਪਣੀਆਂ ਵਰਦੀਆਂ ਭਿੱਜਣ ਦੇ ਡਰ ਤੋਂ ਫਿਰ ਜਾ ਕੇ ਤੰਬੂਆਂ ਵਿੱਚ ਵੜ ਜਾਂਦੇ ਹਨ। ਮੱਸੇ ਸਾਰੰਗ ਰਾਗ ਗਵਾਇਆ, ਮੱਸੇ ਸਾਰੰਗ ਰਾਗ ਗਵਾਇਆ। ਭਾਈ ਰਤਨ ਸਿੰਘ ਜੀ ਕਹਿੰਦੇ ਇਹ ਤੇ ਫੌਜੀਆਂ ਦੀ ਸਥਿਤੀ ਸੀ ਕਿ ਫੌਜੀ ਜਿਹੜੇ ਇਸ ਤਰ੍ਹਾਂ ਕਦੇ ਆਪਣੇ ਤੰਬੂਆਂ ਵਿੱਚ ਵੜਦੇ ਸਨ, ਕਦੇ ਤੰਬੂਆਂ ਵਿੱਚੋਂ ਬਾਹਰ ਆ ਜਾਂਦੇ ਸਨ, ਭਾਵੇਂ ਇਹ ਜਿਹੜਾ ਉਹਨਾਂ ਦਾ ਹਾਲ ਸੀ। ਪਰ ਜਿਹੜਾ ਮੱਸਾ ਰੰਗੜ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਮੰਜਾ ਢਾ ਕੇ ਬੈਠਾ ਹੋਇਆ ਹੈ, ਅੰਦਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਦੀ ਬੇਅਦਬੀ ਕਰ ਰਿਹਾ ਹੈ, ਭਾਈ ਰਤਨ ਸਿੰਘ ਜੀ ਕਹਿੰਦੇ ਮੇਰੇ ਬਜ਼ੁਰਗਾਂ ਨੇ ਦੱਸਿਆ ਉਸ ਵਕਤ ਜਿਹੜਾ ਅੰਦਰ ਨਾਚ ਹੋ ਰਿਹਾ ਹੈ ਉਹ ਸਾਰੰਗ ਰਾਗ ਦੇ ਵਿੱਚ ਹੋ ਰਿਹਾ ਹੈ। ਵਿਚੈ ਮਲਾਰ ਹੈ ਰਾਗ ਅਲਾਇਆ, ਵਿਚੈ ਮਲਾਰੇ ਰਾਗ ਅਲਾਇਆ, ਤੇ ਵਿੱਚ ਸਾਰੰਗ ਦੇ ਮਲਾਰ ਰਾਗ ਨੂੰ ਲਾ ਕੇ ਜਿਹੜਾ ਵਾ ਉਹ ਅਲਾਪ ਲਾਏ ਜਾਂਦੇ ਹਨ, ਉਹ ਜਿਹੜਾ ਗਾਣੇ ਗਾਏ ਜਾਂਦੇ ਹਨ, ਭਾਵ ਕਿ ਨਾਚ ਕੀਤਾ ਜਾ ਰਿਹਾ ਹੈ। ਸਾਰੰਗ ਰਾਗ ਨੂੰ ਅਤੇ ਮਲਾਰ ਰਾਗ ਨੂੰ ਮਿਲਾ ਕੇ ਉੱਥੇ ਜਿਹੜਾ ਨਾਚ ਹੋ ਰਿਹਾ ਹੈ। ਤੇ ਜਦੋਂ ਸਤਿਗੁਰੂ ਜੀ ਦੀ ਬਾਣੀ ਪੜ੍ਹਦੇ ਹਾਂ, ਸਤਿਗੁਰੂ ਜੀ ਨੇ 31 ਰਾਗਾਂ ਦੇ ਵਿੱਚ 2 ਰਾਗ ਇਹ ਵੀ ਸ਼ਾਮਲ ਕੀਤੇ ਹਨ, ਸਾਰੰਗ ਰਾਗ ਤੇ ਮਲਾਰ ਰਾਗ। ਖਾਸ ਕਰਕੇ ਜਿਹੜਾ ਮਲਾਰ ਰਾਗ ਹੈ ਇਹ ਸੌਣ ਦੇ ਮਹੀਨੇ ਨਾਲ ਸੰਬੰਧ ਹੈ, ਭਾਵ ਕਿ ਵਰਖਾ ਦੇ ਮਹੀਨੇ ਨਾਲ ਸੰਬੰਧ ਹੈ। ਤੇ ਇਸ ਮਹੀਨੇ ਵਿੱਚ ਸਤਿਗੁਰੂ ਜੀ ਨੇ ਵਰਖਾ ਦੇ ਸੰਬੰਧ ਵਿੱਚ, ਮੀਂਹ ਦੇ ਸੰਬੰਧ ਵਿੱਚ ਬੜੇ ਸ਼ਬਦ ਸਤਿਗੁਰੂ ਜੀ ਨੇ ਬਾਣੀ ਵਿੱਚ ਉਚਾਰੇ ਹਨ, ਜਿਵੇਂ ਊਨਮ ਊਨਮ ਆਇਆ ਅਵਰ ਕਰੇਂਦਾ ਵਨ, ਕਿਆ ਜਾਣਾ ਇਸ ਸਾਸਿਓ ਕੇਵਰ ਹੈਸੀ ਰੰਗ। ਸਤਿਗੁਰੂ ਜੀ ਨੇ ਬਾਣੀ ਵਿੱਚ ਇਸ ਰਾਗ ਵਿੱਚ ਖਾਸ ਕਰਕੇ ਵਰਖਾ ਦੇ ਸੰਬੰਧ ਵਿੱਚ ਬੜੇ ਸ਼ਬਦ ਉਚਾਰਨ ਕੀਤੇ ਹੋਏ ਹਨ। ਤੇ ਭਾਈ ਰਤਨ ਸਿੰਘ ਜੀ ਕਹਿੰਦੇ ਹਨ ਮੱਸਾ ਰੰਗੜ ਉਸ ਵਕਤ ਸਾਰੰਗ ਰਾਗ ਤੇ ਮਲਾਰ ਰਾਗ ਨੂੰ ਮਿਲਾ ਕੇ
ਉੱਥੇ ਅੰਦਰ ਨਾਚ ਕਰਵਾ ਰਿਹਾ ਹੈ। ਕੋ ਸੁਤੋ ਕੋ ਜਾਗਤੈ ਕਿਨੇ ਨ ਲਖਿਓ ਭੇਦ। ਕੋ ਸੁਤੋ ਕੋ ਜਾਗਤੋ ਕਿਨੇ ਨਾ ਲਖਿਓ ਭੇਦ। ਭਾਈ ਰਤਨ ਸਿੰਘ ਜੀ ਕਹਿੰਦੇ ਜਿਨ੍ਹਾਂ ਦੀ ਪਹਿਰੇ ਤੇ ਰਾਤ ਨੂੰ ਡਿਊਟੀ ਸੀ ਫੌਜੀਆਂ ਦੀ, ਉਹ ਜਿਹੜੇ ਦਿਨ ਵੇਲੇ ਸੁੱਤੇ ਹੋਏ ਸਨ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਰਾਤ ਦਾ ਜਾਗਾ ਤੇ ਦਿਨੇ ਜਾਗਣਾ ਮੁੜ ਕੇ ਨਾਲ ਬੜਾ ਔਖਾ ਹੈ। ਇਸ ਕਰਕੇ ਜਾਂ ਦਿਨੇ ਸੌਣਾ ਪੈਂਦਾ ਹੈ ਜਾਂ ਰਾਤ ਨੂੰ ਜਿਹੜਾ ਸੌਣਾ ਪੈਂਦਾ, ਤਾਂ ਜੋ ਸਰੀਰ ਨੂੰ ਰੈਸਟ ਮਿਲ ਸਕੇ। ਤੇ ਜਿਹੜੇ ਵੀਰ ਅੱਜ ਵੀ ਵਰਤਮਾਨ ਵਿੱਚ ਜਿਹੜੇ ਰਾਤ ਦੀ ਕਿਸੇ ਵੇਲੇ ਡਿਊਟੀ ਕਰਦੇ ਹਨ, ਉਹਨਾਂ ਨੂੰ ਪਤਾ ਹੈ ਕਿਸੇ ਵੀ ਪ੍ਰਕਾਰ ਦੀ ਡਿਊਟੀ ਹੋਵੇ ਜਾਗ ਕੇ ਕਰਨ ਵਾਲੀ, ਕਿ ਦਿਨੇ ਜਿਹੜਾ ਵਾ ਬੜਾ ਮੁਸ਼ਕਲ ਹੈ ਜਾਗਣਾ। ਜਿੰਨਾ ਚਿਰ ਤੱਕ 4-5 ਘੰਟੇ ਤੱਕ ਸਰੀਰ ਨੂੰ ਰੈਸਟ ਨਾ ਦੇ ਲਈਏ, ਉਹਨਾਂ ਚਿਰ ਤੱਕ ਸਰੀਰ ਜਿਹੜਾ ਵਾ ਉਸ ਤਰ੍ਹਾਂ ਕਾਮਯਾਬ ਜਾਂ ਉਸ ਤਰ੍ਹਾਂ ਨਹੀਂ ਕੰਮ ਕਰਦਾ ਜਿੱਦਾਂ ਪਹਿਲਾਂ ਕਰਦਾ ਸੀ। ਤੇ ਜਿਹੜੇ ਵੀਰ ਦਿਨੇ ਕੰਮ ਕਰਦੇ ਹਨ, ਉਹਨਾਂ ਨੂੰ ਪਤਾ ਹੈ ਕਿ ਰਾਤ ਨੂੰ ਜਿੰਨਾ ਚਿਰ ਤੱਕ 5-6 ਘੰਟੇ ਸੌਵਾਂਗੇ ਨਹੀਂ, ਉਹਨਾਂ ਚਿਰ ਤੱਕ ਜਿਹੜਾ ਦਿਨ ਵੇਲੇ ਸਾਡੇ ਕੋਲ ਕੰਮ ਨਹੀਂ ਕੀਤਾ ਜਾਣਾ, ਕਿਉਂਕਿ ਇਹ 5-6 ਘੰਟੇ ਦੀ ਨੀਂਦ ਜਿਹੜੀ ਹੈ ਇਹ ਸਰੀਰ ਨੂੰ ਦੇਣੀ ਬਹੁਤ ਜ਼ਰੂਰੀ ਹੈ। ਇਸ ਗੱਲ ਨੂੰ ਅੱਜ ਡਾਕਟਰਾਂ ਨੇ ਵੀ ਸਿੱਧ ਕੀਤਾ ਹੋਇਆ ਹੈ ਕਿ 5-6 ਘੰਟੇ ਜਿਹੜਾ ਉਹ ਸੌਣਾ ਜ਼ਰੂਰੀ ਹੈ। ਪਰ ਹਾਂ, ਜਿਹੜਾ ਬੰਦਗੀ ਕਰਨ ਵਾਲਾ ਹੈ, ਜਿਹੜਾ ਪ੍ਰਮਾਤਮਾ ਦੇ ਨਾਮ ਵਿੱਚ ਭਿੱਜ ਚੁੱਕਿਆ ਹੈ, ਉਹਦੇ ਵਾਸਤੇ ਸਤਿਗੁਰੂ ਜੀ ਨੇ ਬਾਣੀ ਵਿੱਚ ਕਿਹਾ ਹੈ, ਥੋੜਾ ਖਾਵੇ ਥੋੜਾ ਸੌਵੇ। ਉਹ ਥੋੜਾ ਹੀ ਖਾਂਦਾ ਹੈ ਤੇ ਥੋੜਾ ਸੌਂਦਾ ਹੈ, ਕਿਉਂਕਿ ਉਹਦੀ ਲਿਵ ਪ੍ਰਮਾਤਮਾ ਦੇ ਨਾਮ ਵਿੱਚ ਹੈ। ਉਹਨੂੰ ਪ੍ਰਮਾਤਮਾ ਦੇ ਨਾਮ ਤੋਂ ਇਲਾਵਾ ਕੁਝ ਸੋਚਦਾ ਹੀ ਨਹੀਂ ਹੈ। ਇਹ ਪਰ ਆਮ ਬੰਦੇ ਵਾਸਤੇ ਹੈ ਕਿ 5-6 ਘੰਟੇ ਵਾਸਤੇ ਸੌਣਾ ਜ਼ਰੂਰੀ ਹੈ। ਜਿਹੜੇ ਰਾਤ ਦੀ ਡਿਊਟੀ ਤੇ ਸਨ, ਉਹ ਦਿਨ ਵੇਲੇ ਸੁੱਤੇ ਹੋਏ ਸਨ, ਤੇ ਜਿਹੜੇ ਦਿਨ ਦੀ ਡਿਊਟੀ ਤੇ ਸਨ, ਉਹ ਮੀਂਹ ਅਤੇ ਧੁੱਪ ਦਾ ਕਰਕੇ ਤੰਬੂਆਂ ਵਿੱਚ ਵੜੇ ਹੋਏ ਸਨ। ਇਸ ਕਰਕੇ ਉਹਨਾਂ ਨੂੰ ਕੋਈ ਵੀ ਭੇਦ ਨਹੀਂ, ਕੋਈ ਵੀ ਇਸ ਬਾਰੇ ਖਬਰ ਨਹੀਂ, ਕੋਈ ਵੀ ਜਾਣਕਾਰੀ ਨਹੀਂ ਕਿ ਅੱਜ ਜਿਹੜਾ ਵਾ ਸਾਡੇ ਲਾਗੇ ਜਾਂ ਸਾਡੇ ਉੱਤੇ ਆ ਭਾਣਾ ਵਰਤ ਜਾਣਾ ਹੈ, ਸਾਡੇ ਮੱਸੇ ਰੰਗੜ ਦਾ ਸਿਰ ਵੱਢਿਆ ਜਾਣਾ ਹੈ, ਸਾਡੇ ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਜਾਣਾ ਹੈ। ਇਸ ਬਾਰੇ ਕਿਸੇ ਨੂੰ ਕੋਈ ਭੇਦ ਨਹੀਂ ਹੈ, ਕਿਉਂਕਿ ਕਈ ਸੁੱਤੇ ਹੋਏ ਹਨ, ਕਈ ਤੰਬੂਆਂ ਦੇ ਵਿੱਚ ਮੀਂਹ ਅਤੇ ਧੁੱਪ ਤੋਂ ਬਚ ਕੇ ਬੈਠੇ ਹੋਏ ਹਨ। ਦਰਵਾਜੇ ਦਰਸ਼ਨੀ ਜਾ ਟੁਕੈ ਉਤਰੇ ਤਹਿ ਬਿਨ ਖੇਦ। ਦਰਵਾਜੇ ਦਰਸ਼ਨੀ ਜਾ ਟੁਕੇ ਉਤਰੇ ਤਹਿ ਬਿਨ ਖੇਦ। ਭਾਈ ਰਤਨ ਸਿੰਘ ਜੀ ਕਹਿੰਦੇ ਭਾਈ ਮਹਿਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਜੀ ਇਹ ਪੈੜੇ ਨੂੰ ਤੈਅ ਕਰਦਿਆਂ ਹੋਇਆ, ਸਲਾਹ ਮਸ਼ਵਰਾ ਕਰਦਿਆਂ ਹੋਇਆ ਦਰਸ਼ਨੀ ਡਿਊਟੀ ਦੇ ਲਾਗੇ ਪਹੁੰਚ ਗਏ। ਜਦੋਂ ਆਪਾਂ ਦਰਬਾਰ ਸਾਹਿਬ ਨੂੰ ਅੰਦਰ ਜਾਂਦੇ ਹਾਂ, ਜਿੱਥੇ ਅੱਜ ਕੱਲ ਲਾਚੀ ਬੇਰੀ ਜਿੱਥੋਂ ਆਪਾਂ ਪ੍ਰਸ਼ਾਦ ਲੈਂਦੇ ਹਾਂ, ਉਹਨੂੰ ਦਰਸ਼ਨੀ ਡਿਊਟੀ ਕਿਹਾ ਜਾਂਦਾ ਹੈ। ਉਹਦੇ ਲਾਗੇ ਆ ਗਏ ਹਨ ਤੇ ਦੋਵਾਂ ਜਾਣਿਆਂ ਨੇ ਜਿੱਥੇ ਲਾਚੀ ਬੇਰੀ ਹੈ, ਉਹ ਲਾਚੀ ਬੇਰੀ ਅੱਜ ਵੀ ਉੱਥੇ ਉਸੇ ਤਰੀਕੇ ਨਾਲ ਮੌਜੂਦ ਹੈ। ਜਿੱਥੇ ਆਪਾਂ ਮੱਥਾ ਟੇਕਣ ਤੋਂ ਬਾਅਦ ਜਦੋਂ ਵਾਪਸ ਆਈਦਾ ਹੈ ਤੇ ਪ੍ਰਸ਼ਾਦ ਲਈਦਾ ਹੈ, ਉਹ ਜਿਹੜੀ ਲਾਚੀ ਬੇਰੀ ਹੈ, ਤੇ ਉੱਥੇ ਦੋਵਾਂ ਜਾਣਿਆਂ ਨੇ ਆਪਣੇ ਘੋੜੇ ਬੰਨ ਦਿੱਤੇ ਹਨ। ਦੋਈ ਵੱਲ ਦੋਏ ਘੋੜੇ ਲਾਏ। ਦੋਈ ਵੱਲ ਦੋਏ ਘੋੜੇ ਲਾਏ ਤੇ ਦੋਵਾਂ ਨੇ ਇਸ ਤਰੀਕੇ ਨਾਲ ਘੋੜੇ ਬੰਨੇ ਹਨ ਕਿ ਜਿਹੜੇ ਮਕਸਦ ਵਾਸਤੇ ਆਏ ਹਾਂ, ਉਸ ਮਕਸਦ ਨੂੰ ਪੂਰੀਆਂ ਕਰਦਿਆਂ ਹੋਇਆ ਦਵਾ ਦਵ ਘੋੜਿਆਂ ਤੇ ਬੈਠ ਕੇ ਖਾਲਸੇ ਦੇ ਕੋਲ ਪਹੁੰਚ ਜਾਈਏ। ਇਸ ਤਰੀਕੇ ਦੇ ਨਾਲ ਦੋਵਾਂ ਨੇ ਘੋੜੇ ਬੰਨੇ ਹਨ। ਦੋਵੇਂ ਬਰਸ਼ੈ ਤਹਾਂ ਛਿਪਾਏ। ਦੋਵੇਂ ਬਰਸ਼ੇ ਤਹਾਂ ਛਿਪਾਏ ਤੇ ਦੋਵਾਂ ਜਾਣਿਆਂ ਨੇ ਜਿਹੜੇ ਬਰਸ਼ੇ ਹੱਥ ਵਿੱਚ ਫੜੇ ਹੋਏ ਸਨ, ਉਹ ਦੋਵਾਂ ਜਾਣਿਆਂ ਨੇ ਲਾਚੀ ਬੇਰੀ ਦੇ ਉੱਤੇ ਰੱਖ ਦਿੱਤੇ, ਕਿਉਂਕਿ ਅੰਦਰ ਬਰਸ਼ੇ ਖੜਦੇ ਤੇ ਸ਼ੱਕ ਹੋ ਜਾਣਾ ਸੀ। ਕਿਉਂਕਿ ਕੋਈ ਵੀ ਕੰਮ ਕਰਨਾ ਹੁੰਦਾ ਪਲਾਨ ਨਾਲ ਕਰਨਾ ਪੈਂਦਾ, ਢੰਗ ਤਰੀਕੇ ਨਾਲ ਕਰਨਾ ਪੈਂਦਾ ਹੈ। ਕਿਸੇ ਵੀ ਮਿਸ਼ਨ ਨੂੰ ਚੁਣ ਲਿਆ ਜਾਵੇ, ਉਸ ਮਿਸ਼ਨ ਵਾਸਤੇ ਪੂਰੀ ਤਿਆਰੀ ਕਰਨੀ ਪੈਂਦੀ ਹੈ ਕਿ ਅਸੀਂ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੋ ਸਕੀਏ। ਤੇ ਭਾਈ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਦੋਵਾਂ ਨੇ ਜਿਸ ਮਿਸ਼ਨ ਵਾਸਤੇ ਆਏ ਹਨ, ਜਿਸ ਮਕਸਦ ਵਾਸਤੇ ਆਏ ਹਨ, ਇਹਨਾਂ ਨੇ ਪੂਰੀ ਤਿਆਰੀ ਕੀਤੀ ਹੈ। ਭੇਸ ਵੀ ਆਪਣਾ ਟਾਲਿਆ ਹੈ ਤੇ ਲਾਚੀ ਬੇਰੀ ਉੱਤੇ ਆ ਕੇ ਆਪਣੇ ਇਹਨਾਂ ਨੇ ਨੇਜੇ ਵੀ ਰੱਖ ਦਿੱਤੇ ਹਨ, ਬਰਸ਼ੇ ਵੀ ਰੱਖ ਦਿੱਤੇ ਹਨ। ਬਗਲਨ ਮਹਿ ਤਲਵਾਰ ਲਕੋਈ। ਬਗਲਨ ਮਹਿ ਤਲਵਾਰ ਲਕੋਈ। ਤੇ ਜਿਹੜੇ ਝੋਲੇ ਠੀਕਰੀਆਂ ਦੇ ਨਾਲ ਭਰੇ ਹੋਏ ਸਨ, ਤਾਂ ਜੋ ਲੱਗੇ ਕਿ ਇਹ ਜਿਹੜਾ ਪੈਸਾ ਲੈ ਕੇ ਆਏ ਹਨ, ਮੋਹਰਾਂ ਲੈ ਕੇ ਆਏ ਹਨ, ਅਤੇ ਉਹਨਾਂ ਝੋਲਿਆਂ ਦੇ ਵਿੱਚ ਦੋਵਾਂ ਜਾਣਿਆਂ ਨੇ ਆਪਣੀਆਂ ਤਲਵਾਰਾਂ ਛਪਾ ਲਈਆਂ ਹਨ। ਕਿਉਂਕਿ ਪਹਿਰੇਦਾਰ ਜਿਹੜੇ ਹੈਗੇ ਸਨ ਉੱਥੇ,
ਉਹਨਾਂ ਨੇ ਜਿਹੜਾ ਵਾ ਇਹ ਚੀਜ਼ ਨੂੰ ਖੋਲ ਕੇ ਨਹੀਂ ਸੀ ਵੇਖਣਾ, ਤੇ ਜੇ ਵੇਖਦੇ ਤੇ ਸਭ ਤੋਂ ਪਹਿਲਾਂ ਮਹਿਤਾਬ ਸਿੰਘ ਨੇ ਤੇ ਸੁੱਖਾ ਸਿੰਘ ਨੇ ਉਹਨਾਂ ਨੂੰ ਝਟਕਾ ਦੇਣਾ ਸੀ, ਕਿਉਂਕਿ ਮਕਸਦ ਲੈ ਕੇ ਆਏ ਸਨ। ਪਰ ਖੈਰ ਇਹਨਾਂ ਨੂੰ ਪਤਾ ਸੀ ਕਿ ਸਾਨੂੰ ਜਿਹੜਾ ਰੋਕਣਾ ਨਹੀਂ, ਅਸੀਂ ਅੰਦਰ ਜਾ ਕੇ ਕੇਵਲ ਤੇ ਕੇਵਲ ਜਿਹੜਾ ਮੱਸੇ ਰੰਗੜ ਦਾ ਸਿਰ ਵੱਢਣਾ ਹੈ। ਇਸ ਕਰਕੇ ਦੋਵਾਂ ਜਾਣਿਆਂ ਨੇ ਆਪਣੀਆਂ ਤਲਵਾਰਾਂ ਉਹਨਾਂ ਝੋਲਿਆਂ ਵਿੱਚ ਪਾ ਲਈਆਂ। ਜਿਮਕਰ ਨਾਹੀ ਟੋਕੇ ਕੋਈ, ਜਿਮਕਰ ਨਾਹੀ ਟੋਕੇ ਨਾਹੀ, ਕਿਉਂਕਿ ਜਦੋਂ ਹੱਥ ਵਿੱਚ ਕੋਈ ਹਥਿਆਰ ਨਾ ਹੋਵੇਗਾ, ਸ਼ਸਤਰ ਨਾ ਹੋਵੇਗਾ, ਸਾਡਾ ਭੇਸ ਵੀ ਮਾਮਲਾ ਤਾਰਨ ਵਾਲਾ ਹੋਵੇਗਾ, ਤੇ ਸਾਡੇ ਕੋਲ ਝੋਲੇ ਹੋਣਗੇ, ਉਹ ਵੀ ਠੀਕਰੀਆਂ ਦੇ ਭਰੇ ਤੇ ਲੱਗਣਗੇ ਪੈਸੇ, ਸਾਨੂੰ ਵੇਖ ਕੇ ਕੋਈ ਵੀ ਰੋਕੇਗਾ ਨਹੀਂ। ਸਾਰੇ ਇਹੋ ਵੇਖਣਗੇ, ਜੇ ਕਿਸੇ ਕੋ ਜਾਗ ਵੀ ਪਿਆ ਸਾਨੂੰ ਵੇਖ ਵੀ ਲਿਆ ਤੇ ਇਹੋ ਲੱਗੇਗਾ ਕਿ ਇਹ ਮਾਮਲਾ ਤਾਰਨ ਵਾਸਤੇ ਹੀ ਆਏ ਹਨ। ਕੋ ਜਾਣੈ ਕੋ ਆਏ ਸਿਪਾਹੀ, ਕੋ ਜਾਣੇ ਕੋ ਆਏ ਸਿਪਾਹੀ, ਜੇ ਕੋਈ ਸਿਪਾਹੀ ਜਾਗਦਾ ਹੋਵੇਗਾ, ਜੇ ਕੋਈ ਸਿਪਾਹੀ ਆਪਣੀ ਡਿਊਟੀ ਦੇ ਪ੍ਰਬੰਧ ਹੋਵੇਗਾ, ਪੱਕਾ ਹੋਵੇਗਾ, ਇਮਾਨਦਾਰੀ ਨਾਲ ਜਾਗਣ ਦਿਆ ਹੋਵੇਗਾ, ਡਿਊਟੀ ਕਰ ਰਿਹਾ ਹੋਵੇਗਾ, ਜੇ ਕੋਈ ਰੋਕੇਗਾ ਵੀ ਜਾਂ ਉਹ ਵੇਖੇਗਾ ਵੀ ਤੇ ਉਹਨੂੰ ਲੱਗੇਗਾ ਕਿ ਇਹ ਮਾਮਲਾ ਤਾਰਨ ਵਾਸਤੇ ਆਏ ਹਨ। ਸਾਨੂੰ ਜੇ ਪੁੱਛਣ ਦੀ ਕੋਸ਼ਿਸ਼ ਵੀ ਕਰੇਗਾ ਤੇ ਅਸੀਂ ਕਹਿ ਦਵਾਂਗੇ ਕਿ ਇਹ ਮਾਮਲਾ ਤਾਰਨ ਵਾਸਤੇ ਆਇਆ, ਕਿਸੇ ਨਾ ਕਿਸੇ ਇਲਾਕੇ ਦਾ ਨਾਮ ਲੈ ਦਵਾਂਗੇ। ਮਾਲ ਲਿਆਏ ਕਰ ਉਗਰਾਈ, ਮਾਲ ਲਿਆਏ ਕਰ ਉਗਰਾਈ, ਕਿ ਅਸੀਂ ਉਹਨੂੰ ਕਹਿ ਦਵਾਂਗੇ ਮਾਮਲਾ ਉਗਰਾ ਕੇ ਲਿਆਏ ਹਨ ਤੇ ਚੌਧਰੀ ਸਾਹਿਬ ਨੂੰ ਦੇਣ ਵਾਸਤੇ ਆਏ ਹਨ। ਚੌਧਰੀ ਸਾਹਿਬ ਨੇ ਸੁਨੇਹਾ ਭੇਜਿਆ ਸੀ, ਇਸ ਕਰਕੇ ਅਸੀਂ ਮਾਮਲਾ ਤਾਰਨ ਵਾਸਤੇ ਆਏ ਹਾਂ। ਕਿਛ ਬਾਜੈ ਕਿਛ ਗਾਜੈ ਭਰੇ, ਕਿਛ ਬਾਜੇ ਕਿਛ ਗਾਜੇ ਭਰੇ, ਤੇ ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ ਹਨ ਦਰਬਾਰ ਸਾਹਿਬ ਦੇ ਅੰਦਰ ਗਾਣੇ ਵੱਜ ਰਹੇ ਹਨ, ਢੋਲਕੀਆਂ ਵੱਜ ਰਹੀਆਂ ਹਨ, ਦਰਬਾਰ ਸਾਹਿਬ ਦੇ ਅੰਦਰ ਬੇਅਦਬੀ ਹੋ ਰਹੀ ਹੈ, ਨਾਚ ਹੋ ਰਿਹਾ ਹੈ। ਔਰ ਦੇਖੈ ਬਹੁ ਨਟਨੀ ਖੜੇ, ਔਰ ਦੇਖੇ ਬਹੁ ਨਟਨੀ ਖੜੇ। ਭਾਈ ਰਤਨ ਸਿੰਘ ਜੀ ਕਹਿੰਦੇ ਇੱਕ ਤੇ ਮੱਸਾ ਰੰਗੜ ਹੈ, ਨਾਲ ਉਹਦੇ ਕੁਝ ਯਾਰ ਦੋਸਤ ਉਹਦੇ ਹਨ ਜਿਹੜੇ ਨਸ਼ੇ ਦੇ ਵਿੱਚ ਭਿੱਜੇ ਹੋਏ ਹਨ, ਗੜੁੱਚ ਹੋਏ ਹਨ, ਤੇ ਕੁਝ ਕੁ ਸਿਪਾਹੀ ਉੱਥੇ ਖਲੋਤੇ ਵਿਦਵਾਨਾਂ ਨੇ ਵੱਖ-ਵੱਖ ਗਿਣਤੀ ਕੀਤੀ ਹੈ। ਕਿਸੇ ਨੇ 30 ਸਿਪਾਹੀ ਲਿਖੇ ਹਨ, ਕਿਸੇ ਨੇ 35 ਸਿਪਾਹੀ ਲਿਖੇ ਹਨ, ਪਰ ਲਗਭਗ ਜਿਹੜਾ ਉਹ 30 ਦੇ 35 ਤੋਂ ਲੈ ਕੇ 35 ਤੱਕ ਸਿਪਾਹੀ ਜਿਹੜੇ ਵਿਦਵਾਨਾਂ ਦੀ ਗਿਣਤੀ ਮੰਨੀ ਜਾਂਦੀ ਹੈ ਕਿ ਇੰਨੀ ਕਿ ਜਿਹੜੀ ਗਿਣਤੀ ਦੇ ਅੰਦਰ ਸਿਪਾਹੀ ਹਨ, ਤੇ ਕੁਝ ਕੁ ਜਿਹੜੇ ਨਾਚ ਵੇਖਣ ਵਾਲੇ ਹਨ, ਤੇ ਕੁਝ ਜਿਹੜੀਆਂ ਉਹ ਕੰਜਰੀਆਂ ਜਿਹੜੀਆਂ ਨਾਚ ਕਰ ਰਹੀਆਂ ਹਨ। ਸਿੰਘਨ ਗੋਦ ਹੈ ਲੱਗ ਗਇਓ ਦਾਵ, ਸਿੰਘਨ ਕੋਤ ਤੈ ਲੱਗ ਗਿਓ ਦਾਵ। ਜਦੋਂ ਦੋਵੇਂ ਜਾਣੇ ਦਰਸ਼ਨੀ ਦਿਉੜੀ ਤੇ ਆਏ, ਘੋੜੇ ਬੰਨ ਦਿੱਤੇ, ਨੇਜੇ ਟੰਗ ਦਿੱਤੇ, ਤੇ ਇਹਨਾਂ ਨੂੰ ਕਿਸੇ ਨੇ ਵੀ ਰੋਕਿਆ ਨਹੀਂ। ਇਹਨਾਂ ਦਾ ਦਾਅ ਲੱਗ ਗਿਆ, ਕਿਉਂਕਿ ਸਾਰੀ ਫੌਜ ਤੰਬੂਆਂ ਦੇ ਵਿੱਚ ਵੜੀ ਸੀ। ਇਹਨਾਂ ਨੇ ਸਤਿਗੁਰੂ ਦਾ ਸ਼ੁਕਰ ਕੀਤਾ, ਸਤਿਗੁਰੂ ਪਹਿਲਾ ਸਟੈਪ ਸਾਡਾ ਪਾਰ ਹੋ ਗਿਆ, ਵਿੱਚ ਵਰਤ ਕੇ ਤੂੰ ਜਿਹੜਾ ਕਾਰਜ ਰਾਸ ਕਰ ਦਿੱਤਾ ਹੈ। ਸਿੰਘਨ ਸਤਾਬੀ ਚੱਕਿਓ ਪਾਵ, ਸਿੰਘਨ ਸ਼ਤਾਬੀ ਚੱਕਿਓ ਭਾਵ, ਸਿੰਘਾਂ ਨੇ ਤੇਜ਼ੀ ਦੇ ਨਾਲ, ਸ਼ਤਾਬੀ ਤੋਂ ਭਾਵ ਕਿ ਤੇਜ਼ੀ ਦੇ ਨਾਲ ਚੱਲਣਾ ਸ਼ੁਰੂ ਕੀਤਾ ਕਿ ਜਾ ਕੇ ਅਸੀਂ ਆਪਣੇ ਮਕਸਦ ਵਿੱਚ ਕਾਮਯਾਬ ਹੋ ਸਕੀਏ। ਠੀਕਰੀਆਂ ਵਾਲੇ ਬੋਰੇ ਇਹਨਾਂ ਨੇ ਆਪਣੇ ਮੋਢਿਆਂ ਤੇ ਰੱਖੇ ਹੋਏ ਹਨ ਤੇ ਆਪ ਛੇਤੀ ਦੇ ਨਾਲ ਦਰਬਾਰ ਸਾਹਿਬ ਨੂੰ ਤੁਰ ਰਹੇ ਹਨ। ਸਤਿਗੁਰ ਆਪਣੋ ਕਾਜ ਸਵਾਰੇ, ਸਤਿਗੁਰ ਆਪਣੋ ਕਾਜ ਸਵਾਰੇ, ਕਿਉਂਕਿ ਸਤਿਗੁਰੂ ਆਪਣੇ ਕਾਰਜ ਆਪ ਸਵਾਰਦਾ ਹੈ, ਵਡਿਆਈ ਕਿਸੇ ਨੂੰ ਦਿੰਦਾ ਹੈ, ਪਰ ਸਤਿਗੁਰੂ ਕਾਰਜ ਆਪਣੇ ਆਪ ਹੀ ਸਵਾਰਦਾ ਹੈ। ਇਸ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇੱਕ ਬਚਨ ਵੀ ਬਾਣੀ ਵਿੱਚ ਦਰਜ ਕੀਤਾ ਹੈ, ਜਿਸ ਕਾ ਕਾਰਜ ਤਿਨ ਹੀ ਕੀਆ ਮਾਨਸ ਕਿਆ ਵਿਚਾਰਾ ਰਾਮ। ਕਹਿੰਦੇ ਪ੍ਰਮਾਤਮਾ ਦਾ ਕਾਰਜ ਹੈ, ਪ੍ਰਮਾਤਮਾ ਆਪ ਹੀ ਕਿਸੇ ਢੰਗ ਤਰੀਕੇ ਦੇ ਨਾਲ, ਵਿਧੀ ਦੇ ਨਾਲ ਆਪਣਾ ਕਾਰਜ ਆਪ ਹੀ ਕਰਵਾ ਲੈਂਦਾ ਹੈ, ਪਰ ਪ੍ਰਮਾਤਮਾ ਕਰਾਉਂਦਾ ਮਨੁੱਖ ਦੇ ਰਾਹੀਂ ਹੈ, ਕਿਉਂਕਿ ਸਬੱਬ ਮਨੁੱਖ ਨੂੰ ਬਣਾਉਂਦਾ ਹੈ। ਕਿਉਂਕਿ ਪ੍ਰਮਾਤਮਾ ਵਡਿਆਈ ਜਿਹਨੂੰ ਦੇਣੀ ਚਾਹੁੰਦਾ ਹੈ, ਉਹਦੇ ਕੋਲ ਆਪਣਾ ਕਾਰਜ ਆਪ ਹੀ ਕਰਵਾ ਲੈਂਦਾ ਹੈ। ਇਸ ਕਰਕੇ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਪ੍ਰੀਤਮ ਹੱਥ ਵਡਿਆਈਆਂ ਜੈ ਭਾਵੈ ਤੈ ਦੇ, ਕਿਉਂਕਿ ਵਡਿਆਈਆਂ ਜਿਹੜੀਆਂ ਵਾ ਉਹ ਧੱਕੇ ਦੇ ਨਾਲ ਨਹੀਂ ਲਈਆਂ ਜਾ ਸਕਦੀਆਂ। ਵਡਿਆਈਆਂ ਉਹਨੂੰ ਹੀ ਮਿਲਦੀਆਂ ਹਨ ਜੇ ਤੇ ਪ੍ਰਮਾਤਮਾ ਆਪ ਤਰੁੱਠ ਪਵੇ, ਕਿਉਂਕਿ ਜੇ ਧੱਕੇ ਦੇ ਨਾਲ ਮਿਲਦੀਆਂ ਹੋਈਆਂ ਤਾਂ ਫਿਰ ਸਾਰਿਆਂ ਨੇ ਵਡਿਆਈਆਂ ਲੈ ਲੈਣੀਆਂ ਸੀ, ਕਿਸੇ ਨੇ ਵੀ ਵਡਿਆਈਆਂ ਤੋਂ ਵਾਂਝੇ ਨਹੀਂ ਸੀ ਰਹਿਣਾ। ਇਸ ਕਰਕੇ ਕਿਉਂਕਿ ਵਡਿਆਈਆਂ ਦੀ ਦਾਤ ਵੀ ਪ੍ਰਮਾਤਮਾ ਨੇ ਆਪਣੇ ਹੱਥ ਵਿੱਚ ਰੱਖੀ ਹੈ, ਤੇ ਪ੍ਰਮਾਤਮਾ ਗੁਰੂ
ਜਿਹਦੇ ਤੇ ਤਰੁੱਟ ਪਵੇ ਉਹਨੂੰ ਵਡਿਆਈਆਂ ਬਖਸ਼ ਦਿੰਦਾ ਹੈ, ਉਹਦੀ ਸ਼ੋਭਾ ਸੰਸਾਰ ਤੇ ਵਧਾ ਦਿੰਦਾ ਹੈ। ਕਿਉਂਕਿ ਪ੍ਰਮਾਤਮਾ ਆਪਣਾ ਕਾਰਜ ਜਿਹੜੇ ਸਵੱਬ ਦੇ ਨਾਲ ਢੰਗ ਤਰੀਕੇ ਨਾਲ ਕਰਦਾ ਹੈ ਉਹ ਪ੍ਰਮਾਤਮਾ ਹੀ ਜਾਣਦਾ ਹੈ, ਤੇ ਵਡਿਆਈ ਪ੍ਰਮਾਤਮਾ ਮਨੁੱਖ ਦੀ ਝੋਲੀ ਵਿੱਚ ਪਾਉਂਦਾ ਹੈ, ਤੇ ਕਾਰਜ ਪ੍ਰਮਾਤਮਾ ਆਪਣਾ ਆਪ ਹੀ ਕਰਦਾ ਹੈ। ਸਤਿਗੁਰ ਆਪਣੋ ਕਾਰਜ ਸਵਾਰੇ। ਭਾਈ ਰਤਨ ਸਿੰਘ ਜੀ ਕਹਿੰਦੇ ਸਤਿਗੁਰੂ ਆਪਣੇ ਕਾਰਜ ਆਪ ਹੀ ਸਵਾਰਦਾ ਹੈ। ਕੋਈ ਕਰ ਦੀਨੇ ਦ੍ਰਿਸ਼ਟ ਅੰਧਾਰੇ। ਕੋਈ ਕਰ ਦੀਨੇ ਦੁਸ਼ਟ ਅੰਧਾਰੇ। ਭਾਈ ਰਤਨ ਸਿੰਘ ਜੀ ਕਹਿੰਦੇ ਉੱਥੇ ਇਦਾਂ ਦਾ ਮਾਹੌਲ ਸੀ ਕਿ ਭਾਵ ਕਿ ਜਿਹੜੇ ਸਿਪਾਹੀ ਸਨ, ਮੰਨ ਲਓ ਜਿਵੇਂ ਅੰਨੇ ਹੋ ਗਏ ਹੁੰਦੇ ਹਨ, ਉਹਨਾਂ ਨੂੰ ਕੁਝ ਪਤਾ ਨਹੀਂ, ਕੁਝ ਦਿਖਾਈ ਨਹੀਂ ਦੇ ਰਿਹਾ, ਜਿਵੇਂ ਅੱਖਾਂ ਅੱਗੇ ਹਨੇਰਾ ਛਾ ਗਿਆ ਹੋਵੇ, ਕੁਝ ਵੀ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ। ਦੋ ਸਿੰਘ ਜਹ ਤਜਾ ਪੁਜੈ ਜਹ ਬਾਜੈ ਮਿਰਦੰਗ। ਦੋ ਸਿੰਘ ਤੇ ਜਾ ਪੁਜੇ ਜਹ ਬਾਜੈ ਮਿਰਦੰਗ। ਦੋਵੇਂ ਜਾਣੇ ਠੀਕਰੀਆਂ ਵਾਲੇ ਝੋਲੇ ਲੈ ਕੇ ਦਰਬਾਰ ਸਾਹਿਬ ਦੇ ਅੰਦਰ ਵੜ ਗਏ ਹਨ, ਜਿੱਥੇ ਮਰਦੰਗ ਵੱਜ ਰਹੇ ਹਨ, ਜਿੱਥੇ ਨਾਚ ਹੋ ਰਿਹਾ, ਜਿੱਥੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਦੀ ਬੇਅਦਬੀ ਹੋ ਰਹੀ ਹੈ। ਦੋਵੇਂ ਜਾਣੇ ਉੱਥੇ ਪਹੁੰਚ ਗਏ ਹਨ, ਤੇ ਜਦੋਂ ਜਾ ਕੇ ਵੇਖਿਆ ਕਿ ਸ਼ਰਾਬਾਂ ਦੇ ਪਿਆਲੇ ਚੱਲ ਰਹੇ ਹਨ, ਅੰਦਰ ਮੱਸਾ ਰੰਗਣ ਮੰਜਾ ਲਾ ਕੇ ਬੈਠਾ ਹੋਇਆ ਹੈ, ਕੰਜਰੀਆਂ ਦਾ ਨਾਚ ਚੱਲ ਰਿਹਾ ਹੈ, ਤੇ ਦੋਵਾਂ ਜਾਣਿਆਂ ਦੇ ਪੈਰਾਂ ਥੱਲੋਂ ਇੱਕ ਵਾਰੀ ਜ਼ਮੀਰ ਨਿਕਲ ਗਈ। ਪਰ ਆਪਣੇ ਆਪ ਨੂੰ ਸੰਭਾਲਦਿਆਂ ਹੋਇਆ, ਕਿਉਂਕਿ ਕਾਰਜ ਕਰਨ ਵਾਸਤੇ ਮੱਸਾ ਰੰਗਣ ਦਾ ਸਿਰ ਵੱਢਣ ਵਾਸਤੇ ਆਏ ਸੀ, ਇਸ ਕਰਕੇ ਆਪਣੇ ਆਪ ਨੂੰ ਸੰਭਾਲਦਿਆਂ ਹੋਇਆ ਮੱਸੇ ਦੇ ਨਾਲ ਵਾਰਤਾਲਾਪ ਕਰਦੇ ਹਨ। ਉਹਨੂੰ ਦੱਸਦੇ ਹਨ ਕਿ ਅਸੀਂ ਮਾਮਲਾ ਤਾਰਨ ਵਾਸਤੇ ਆਏ ਹਾਂ, ਅਸੀਂ ਇੱਥੇ ਜਿਹੜਾ ਮਾਮਲਾ ਲੈ ਕੇ ਆਏ ਹਾਂ, ਤੇ ਮਾਮਲਾ ਤਾਰ ਕੇ ਅਸੀਂ ਵਾਪਸ ਚੱਲਣਾ। ਥੋੜੀਆਂ ਬਹੁਤੀਆਂ ਗੱਲਾਂ ਕਰਦੇ ਹਾਂ, ਕਿਉਂਕਿ ਮੌਕਾ ਲੱਭਦੇ ਹਨ ਕਿ ਕਦੋਂ ਅਸੀਂ ਜਿਹੜਾ ਵਾ ਸਿਰ ਵੱਢੀਏ, ਤੇ ਕਦੋਂ ਅਸੀਂ ਆਪਣੇ ਸਿੱਖ ਖਾਲਸੇ ਦੇ ਅੱਗੇ ਜਾ ਕੇ ਭੇਟਾ ਕਰ ਦਈਏ। ਉਹ ਇਹਨਾਂ ਨੂੰ ਮੌਕਾ ਮਿਲ ਗਿਆ। ਜਦੋਂ ਅੱਗੇ ਬੈਗ ਰੱਖੇ ਤੇ ਬੈਗ ਰੱਖਦਿਆਂ ਸਾਰ ਮੱਸਿਆ ਰੰਗਣ ਨੇ ਵੇਖਿਆ ਪੈਸਾ ਆਇਆ, ਕਿਉਂਕਿ ਲਾਲਚੀ ਬੰਦੇ ਨੂੰ ਪੈਸੇ ਦਾ ਨਾਂ ਲੈ ਦਈਏ ਉਹਦੀਆਂ ਲਾਲਾਂ ਸੁੱਟਣ ਲੱਗ ਪੈਂਦੀਆਂ ਹਨ, ਕਿਉਂਕਿ ਲਾਲਚੀ ਬੰਦਾ ਉਹਦੇ ਅੰਦਰ ਲਾਲਚੀ ਕੁੱਤਾ ਜਿਹੜਾ ਜਦੋਂ ਜਾਗ ਪੈਂਦਾ ਹੈ, ਪੈਸਾ ਤ੍ਰਿਸ਼ਨਾ ਦੀ ਪੈਸੇ ਦੀ ਤ੍ਰਿਸ਼ਨਾ ਜਾਗ ਪੈਂਦੀ ਹੈ, ਤਾਂ ਉਹ ਜਿਹੜਾ ਵਾ ਪਾਗਲ ਹੋ ਜਾਂਦਾ ਹੈ ਪੈਸੇ ਨੂੰ ਵੇਖਣ ਵਾਸਤੇ, ਪੈਸੇ ਨੂੰ ਪ੍ਰਾਪਤ ਕਰਨ ਵਾਸਤੇ। ਤੇ ਮੱਸਾ ਰੰਗੜ ਇੱਕ ਲਾਲਚੀ ਕੁੱਤਾ ਹੈ, ਅੰਦਰ ਪੈਸੇ ਦਾ ਲਾਲਚ ਹੈ, ਤੇ ਜਦੋਂ ਨਾਮ ਲਿਆ ਕਿ ਪੈਸਾ ਹੈ ਤਾਂ ਉਹਦੀਆਂ ਲਾਲਾਂ ਛੁੱਟ ਆਈਆਂ, ਪੈਸਾ ਵੇਖਣ ਵਾਸਤੇ ਗਰਦਨ ਥੱਲੇ ਝੁਕਾਉਂਦਾ ਹੈ। ਤੇ ਮਹਿਤਾਬ ਸਿੰਘ ਨੂੰ ਮੌਕਾ ਮਿਲ ਗਿਆ। ਮੌਕਾ ਮਿਲਦਿਆਂ ਸਾਂ ਮਹਿਤਾਬ ਸਿੰਘ ਫਿਰ ਕਿਵੇਂ ਉਹਦੀ ਧੌਣ ਲਾਉਂਦਾ ਹੈ, ਕਿਵੇਂ ਉਹਦਾ ਸਿਰ ਵੱਢ ਕੇ, ਤੇ ਦੋਵੇਂ ਜਾਣੇ ਫਿਰ ਦਰਬਾਰ ਸਾਹਿਬ ਤੋਂ ਰਵਾਨਾ ਹੁੰਦੇ ਹਨ, ਤੇ ਖਾਲਸੇ ਦੇ ਅੱਗੇ ਜਾ ਕੇ ਸਿਰ ਨੂੰ ਭੇਟਾ ਕਰਦੇ ਹਨ। ਉਹ ਵਿਚਾਰ ਆਪਾਂ ਕੱਲ ਦੇ ਦੀਵਾਨਾਂ 'ਚ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਅਤੇ ਸੰਗਤ ਬਖਸ਼ਣਹਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।